ਕੈਨੇਡਾ ਅਮਰੀਕਾ ਦਾ ਕ੍ਰੇਜ਼ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਲੜਕੀ ਜਿਸ ਦੇ ਚੰਗੇ ਬੈਂਡ ਆਏ ਹੋਣ ਉਸ ਦੇ ਨਾਲ ਵਿਆਹ ਕਰਵਾਓ ਤੇ 30-40 ਲੱਖ ਰੁਪਇਆ ਲਗਾ ਕੇ ਲੜਕੀ ਨੂੰ ਕੈਨੇਡਾ ਭੇਜ ਦਿਓ ਤੇ ਬਾਅਦ ਦੇ ਵਿੱਚ ਲੜਕੀ ਲੜਕੇ ਨੂੰ ਲੈ ਜਾਂਦੀ ਹੈ। ਇਸ ਕੇਸ ਦੇ ਵਿੱਚ ਪੈਸੇ ਮੁੰਡੇ ਵਾਲੇ ਲਗਾਉਂਦੇ ਨੇ ਤੇ ਇਹੀ ਟ੍ਰੈਂਡ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਪਰ ਜਿੰਨਾ ਦੇਖਣ ਨੂੰ ਇਹ ਆਸਾਨ ਤੇ ਸੌਖਾ ਲੱਗਦਾ ਹੈ, ਅਸਲ ਦੇ ਵਿੱਚ ਉਹਨਾਂ ਹੈ ਨਹੀਂ। ਜ਼ਰੂਰੀ ਨਹੀਂ ਕਿ ਹਰ ਕੁੜੀ ਆਪਣੇ ਘਰ ਵਾਲੇ ਨੂੰ ਕੈਨੇਡਾ ਲੈ ਕੇ ਹੀ ਜਾਵੇ। ਮਨ ਬੜਾ ਚੰਚਲ ਹੁੰਦਾ ਹੈ, ਬਹੁਤ ਵਾਰੀ ਕੈਨੇਡਾ ਜਾ ਕੇ ਬਦਲ ਵੀ ਜਾਂਦਾ ਹੈ। ਪੱਛਮੀ ਹਵਾ ਲੱਗਦਿਆਂ ਸਮਾਂ ਨਹੀਂ ਲੱਗਦਾ। ਹੁਣ ਜਦੋਂ ਪੰਜਾਬ ਦੇ ਵਿੱਚ ਬੈਠਾ ਨੌਜਵਾਨ ਕੈਨੇਡਾ ਜਾਣ ਦੀ ਆਸ ਦੇ ਵਿੱਚ ਇਸ ਦੁਨੀਆ ਤੋਂ ਹੀ ਤੁਰ ਗਿਆ ਤਾਂ ਪੰਜਾਬ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਦੁਖੀ ਪਤੀ ਆਪੋ ਆਪਣੇ ਕੇਸ ਲੈ ਕੇ ਦੁਨੀਆ ਦੇ ਸਾਹਮਣੇ ਆਏ। ਇਹਨਾਂ ਕੇਸਾਂ ਦੇ ਵਿੱਚੋਂ ਇੱਕ ਕੇਸ ਜਿਸ ਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ, ਅੱਜ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਹਾਂ। ਇੱਕ ਅਜਿਹਾ ਕੇਸ ਜਿਸ ਦੇ ਵਿੱਚ ਦੋਸ਼ੀ ਪਤਨੀ ਜੋ ਕਿ ਕੈਨੇਡਾ ਜਾ ਕੇ ਬਦਲ ਚੁੱਕੀ ਸੀ, ਉਸ ਨੂੰ ਜੋ ਸਜ਼ਾ ਮਿਲੀ ਉਹ ਦੇਖ ਹਰ ਕੋਈ ਕੰਬ ਗਿਆ। ਨਾ ਤੇ ਕੋਈ ਕੈਦ ਹੋਈ ਤੇ ਨਾ ਹੀ ਡਿਪੋਰਟ ਕੀਤਾ ਗਿਆ, ਪਰ ਜੋ ਉਸ ਦੇ ਨਾਲ ਹੋਇਆ ਉਹ ਹਰ ਇੱਕ ਨੂੰ ਡਰਾ ਕੇ ਰੱਖ ਦੇਵੇਗਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਿਆਣੇ ਇਲਾਕੇ ਦੇ ਵਿੱਚ ਨਵਦੀਪ ਸਿੰਘ ਹੀਰ ਨੇ ਆਪਣੇ ਜੀਵਨ ਦਾ ਇਹ ਸੱਚ ਦੁਨੀਆ ਦੇ ਅੱਗੇ ਰੱਖਿਆ। ਨਵਦੀਪ ਨੇ ਦੱਸਿਆ ਕਿ ਮੇਰੇ ਪਿਤਾ ਦਾ ਕੀਰਤਨੀ ਜਥਾ ਹੈ ਤੇ ਆਪਾਂ ਗੁਰਸਿੱਖ ਫੈਮਿਲੀ ਦੇ ਨਾਲ ਸੰਬੰਧ ਰੱਖਦੇ ਹਾਂ। ਬਹੁਤ ਗਰੀਬੀ ਦੇ ਵਿੱਚ ਉੱਠ ਕੇ ਆਪਾਂ ਇੱਕ ਘਰ ਬਣਾਇਆ ਤੇ ਮੇਰੇ ਪਿਤਾ ਨੇ ਕੀਰਤਨ ਦੇ ਬੇਸ ਤੇ ਕੁਝ ਕੁ ਟੂਰ ਫੋਰਨ ਦੇ ਲਗਾਏ ਤੇ ਸਾਡੀ ਗਰੀਬੀ ਦੂਰ ਹੋਈ। ਸ਼ਹਿਰ ਵਿੱਚ ਮੇਰੀ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਸੀ ਜੋ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਚੱਲ ਰਹੀ ਸੀ। ਸਾਲ 2014 ਦੇ ਵਿੱਚ ਮੇਰਾ ਵਿਆਹ ਹਰਮਨਜੋਤ ਕੌਰ ਜਲੰਧਰ ਦੇ ਨਾਲ ਹੋਇਆ ਜੋ ਕਿ ਗੁਰਸਿੱਖ ਅੰਮ੍ਰਿਤਧਾਰੀ ਸਿੰਘਣੀ ਸੀ। ਵਿਆਹ ਤੋਂ ਬਾਅਦ ਸਭ ਕੁਝ ਵਧੀਆ ਚੱਲਿਆ। ਹਰਮਨ ਨੇ ਘਰ ਦਾ ਸਾਰਾ ਕੰਮ ਸਾਂਭ ਲਿਆ, ਮਾਤਾ ਪਿਤਾ ਦੀ ਸੇਵਾ ਵੀ ਕੀਤੀ, ਕੋਈ ਪਰੇਸ਼ਾਨੀ ਨਹੀਂ ਆਈ। ਜਿਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਇੱਕ ਲੜਕੇ ਨੇ ਜਨਮ ਵੀ ਲਿਆ। ਮੈਨੂੰ ਲੱਗਿਆ ਕਿ ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ, ਪਰ ਅਚਾਨਕ ਹੀ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਮੈਂ ਕੈਨੇਡਾ ਜਾਣਾ ਚਾਹੁੰਦੀ ਹਾਂ, ਜੋ ਕਿ ਮੇਰੇ ਬਚਪਨ ਦਾ ਹੀ ਸੁਪਨਾ ਹੈ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਸਾਡਾ ਇੱਥੇ ਕੰਮ ਬਹੁਤ ਵਧੀਆ ਹੈ, ਸਾਨੂੰ ਕੋਈ ਲੋੜ ਨਹੀਂ ਹੈ ਕੈਨੇਡਾ ਜਾਣ ਦੀ, ਸਾਡੀ ਛੋਟੀ ਜਿਹੀ ਫੈਮਿਲੀ ਹੈ ਤੇ ਆਪਾਂ ਖੁਸ਼ ਰਹਾਂਗੇ। ਪਰ ਸਮੇਂ ਦੇ ਨਾਲ-ਨਾਲ ਹਰਮਨ ਦੀ ਕੈਨੇਡਾ ਜਾਣ ਦੀ ਜਿੱਦ ਵੱਧਦੀ ਰਹੀ। ਹੌਲੀ-ਹੌਲੀ ਮੇਰੇ ਸਹੁਰੇ ਪਰਿਵਾਰ ਨੇ ਵੀ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੈਨੇਡਾ ਜਾਓ, ਉੱਥੇ ਤੁਹਾਡੇ ਬੱਚਿਆਂ ਦਾ ਵਧੀਆ ਭਵਿੱਖ ਬਣੇਗਾ। ਇੱਥੇ ਇੰਡੀਆ ਦੇ ਵਿੱਚ ਕੋਈ ਲਾਈਫ ਨਹੀਂ ਹੈ, ਤੁਸੀਂ ਕੈਨੇਡਾ ਚਲੇ ਜਾਓ, ਆਖਿਰ ਤੁਹਾਡੇ ਬੱਚੇ ਸੁਖੀ ਰਹਿਣਗੇ। ਆਖਿਰ ਮੈਂ ਆਪਣੇ ਪਰਿਵਾਰ ਦੇ ਭਵਿੱਖ ਦਾ ਸੋਚ ਕੇ ਆਪਣੇ ਮਾਤਾ-ਪਿਤਾ ਦੇ ਨਾਲ ਗੱਲ ਕੀਤੀ ਤੇ ਮੇਰੇ ਮਾਤਾ-ਪਿਤਾ ਨੇ ਕਿਹਾ ਕਿ ਜਿੱਥੇ ਤੁਹਾਡੀ ਖੁਸ਼ੀ ਹੈ ਉਂਝ ਹੀ ਕਰ ਲਵੋ। ਹਰਮਨ ਦੇ ਵਧੀਆ ਬੈਂਡ ਆਏ, ਪਰ ਪੈਸੇ ਦੀ ਪਰੇਸ਼ਾਨੀ ਸਾਹਮਣੇ ਆ ਰਹੀ ਸੀ। ਪੈਸਿਆਂ ਦੀ ਪਰੇਸ਼ਾਨੀ ਦੂਰ ਕਰਨ ਵਾਸਤੇ ਮੈਂ ਆਪਣੀ ਦੁਕਾਨ ਵੇਚ ਦਿੱਤੀ। ਕੁਝ ਕੁ ਸੋਨਾ ਤੇ ਕੈਸ਼ ਮੇਰੇ ਕੋਲ ਇਕੱਠਾ ਪਿਆ ਸੀ। ਮੈਂ 25 ਲੱਖ ਇਕੱਠਾ ਕਰਕੇ ਆਪਣੀ ਪਤਨੀ ਨੂੰ ਕੈਨੇਡਾ ਭੇਜ ਦਿੱਤਾ। ਹੌਲੀ-ਹੌਲੀ ਸਭ ਵਧੀਆ ਚੱਲਿਆ। ਲੱਗ ਰਿਹਾ ਸੀ ਕਿ ਹੁਣ ਸਾਡੀ ਜ਼ਿੰਦਗੀ ਵਧੀਆ ਸੈੱਟ ਹੋ ਜਾਵੇਗੀ, ਪਰ ਹੌਲੀ-ਹੌਲੀ ਸਮੇਂ ਦੇ ਨਾਲ-ਨਾਲ ਉਸ ਦੇ ਖਰਚੇ ਤੇ ਫੀਸਾਂ ਭਰਨੀਆਂ ਪਈਆਂ। ਉਹਨਾਂ ਫੀਸਾਂ ਨੂੰ ਪੂਰਾ ਕਰਨ ਵਾਸਤੇ ਆਪਾਂ ਆਪਣੇ ਘਰ ਦੇ ਉੱਪਰ ਲੋਨ ਵੀ ਲੈ ਲਿਆ। ਉਸ ਤੋਂ ਬਾਅਦ ਵੀ ਸਭ ਕੁਝ ਠੀਕ ਹੀ ਚੱਲਦਾ ਰਿਹਾ। ਮੇਰੇ ਨਾਲ ਵੀ ਗੱਲ ਕਰਦੀ ਰਹੀ ਤੇ ਮੇਰੇ ਬੱਚੇ ਦੇ ਨਾਲ ਵੀ। ਫਿਰ 8 ਮਹੀਨਿਆਂ ਬਾਅਦ ਉਸ ਦੀਆਂ ਗੱਲਾਂ ਬਦਲ ਗਈਆਂ। ਹੌਲੀ-ਹੌਲੀ ਉਸਨੇ ਗੱਲ ਕਰਨੀ ਘਟਾ ਦਿੱਤੀ। ਇਹ ਕਹਿੰਦੀ ਰਹੀ ਕਿ ਉਸਦੇ ਕੋਲ ਟਾਈਮ ਨਹੀਂ ਹੈ, ਉਹ ਕੰਮ ਦੇ ਵਿੱਚ ਬਹੁਤ ਬਿਜ਼ੀ ਰਹਿੰਦੀ ਹੈ। ਮੈਂ ਵੀ ਸੋਚ ਲਿਆ ਕਿ ਸ਼ਾਇਦ ਜ਼ਿਆਦਾ ਕੰਮ ਹੋਵੇਗਾ, ਇਸ ਕਰਕੇ ਉਹ ਗੱਲ ਨਹੀਂ ਕਰ ਪਾਉਂਦੀ। ਪਰ ਇੱਕ ਦਿਨ ਅਚਾਨਕ ਹੀ ਕਿਤੇ ਮੈਂ ਉਸ ਦੀ ਫੋਟੋ ਦੇਖੀ ਜਿਸ ਦੇ ਵਿੱਚ ਉਸ ਦੇ ਰੂਪ, ਰੰਗ, ਪਹਿਰਾਵਾ ਸਭ ਕੁਝ ਬਦਲ ਚੁੱਕਿਆ ਸੀ। ਇੱਕ ਹਮੇਸ਼ਾ ਸਿਰ ਦੇ ਉੱਪਰ ਕੇਸਕੀ ਬੰਨਣ ਵਾਲੀ ਹਰਮਨ ਅੱਜ ਸ਼ਾਰਟ ਕੱਪੜੇ ਤੇ ਕੇਸਾਂ ਨੂੰ ਕਟਵਾ ਕੇ ਦੁਨੀਆ ਦੇ ਸਾਹਮਣੇ ਦੁਨੀਆ ਨੂੰ ਆਪਣੀ ਫੋਟੋਆਂ ਦਿਖਾ ਰਹੀ ਸੀ। ਮੈਂ ਸਭ ਦੇਖ ਕੇ ਸ਼ੌਕ ਰਹਿ ਗਿਆ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਸ ਦਾ ਜਵਾਬ ਸੀ ਕਿ ਮੇਰੀ ਮਰਜ਼ੀ, ਮੇਰੀ ਲਾਈਫ, ਮੈਂ ਜੋ ਮਰਜ਼ੀ ਕਰਾਂ। ਹਰਮਨ ਦਾ ਇਹ ਜਵਾਬ ਮੇਰੇ ਦਿਲ ਨੂੰ ਇਹ ਆਵਾਜ਼ ਦੇ ਗਿਆ ਕਿ ਹੁਣ ਇਹ ਤੇਰੀ ਸਿੰਗੜੀ ਨਹੀਂ ਰਹੀ। ਪੱਛਮੀ ਹਵਾ ਹੁਣ ਇਸ ਦੀ ਸਿੱਖੀ ਨੂੰ ਕਿਤੇ ਉਡਾ ਕੇ ਲੈ ਜਾ ਚੁੱਕੀ ਹੈ। ਹੌਲੀ-ਹੌਲੀ ਕਰ ਉਸਨੇ ਸਾਡੇ ਨਾਲ ਗੱਲ ਕਰਨੀ ਹੀ ਬੰਦ ਕਰ ਦਿੱਤੀ ਤੇ ਸਾਨੂੰ ਬਲੌਕ ਕਰ ਦਿੱਤਾ। ਸਾਨੂੰ ਇੱਥੇ ਤੱਕ ਇਹ ਵੀ ਨਹੀਂ ਪਤਾ ਸੀ ਕਿ ਉਹ ਕਿੱਥੇ ਰਹਿੰਦੀ ਹੈ ਤੇ ਉਸਦਾ ਐਡਰੈਸ ਕੀ ਹੈ। ਸਮਾਂ ਬੀਤਿਆ ਤਾਂ ਸਾਨੂੰ ਪਤਾ ਲੱਗਿਆ ਕਿ ਕੈਨੇਡਾ ਦੇ ਵਿੱਚ ਹੀ ਉਹ ਕਿਸੇ ਹੋਰ ਲੜਕੇ ਦੇ ਨਾਲ ਰਹਿ ਰਹੀ ਹੈ ਤੇ ਉੱਥੇ ਹੀ ਹਰਮਨ, ਜੋ ਕਿ ਭਾਰਤ ਦੇ ਵਿੱਚ ਇੱਕ ਲੜਕੇ ਦੀ ਮਾਂ ਸੀ, ਉਸਨੇ ਦੁਬਾਰਾ ਮੰਗਣੀ ਕਰਵਾਈ ਸੀ। ਮੈਂ ਆਪਣੇ ਵੱਲੋਂ ਬਹੁਤ ਜ਼ੋਰ ਲਗਾਇਆ ਪਰ ਕੋਈ ਵੀ ਹੱਲ ਨਹੀਂ ਨਿਕਲ ਸਕਿਆ। ਮੇਰਾ ਘਰ-ਬਾਰ, ਦੁਕਾਨ ਸਭ ਕੁਝ ਵਿਕ ਚੁੱਕਿਆ ਸੀ ਕਿਉਂਕਿ ਸਾਡੀ ਸਾਰੀ ਉਮੀਦ ਹਰਮਨ ਦੇ ਕੋਲ ਕੈਨੇਡਾ ਜਾਣ ਦੀ ਸੀ। ਸਮੇਂ ਤੇ ਲੋਨ ਨਾ ਦੇਣ ਕਾਰਨ ਸਾਡਾ ਘਰ ਵੀ ਚਲਿਆ ਗਿਆ ਤੇ ਆਪਾਂ ਕਿਰਾਏ ਦੇ ਘਰ ਦੇ ਵਿੱਚ ਆ ਗਏ। ਮੈਂ ਛੋਟਾ-ਮੋਟਾ ਕੰਮ ਕੀਤਾ ਤੇ ਹੌਲੀ-ਹੌਲੀ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਸੀ। ਫਿਰ ਮੈਨੂੰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਨੌਕਰੀ ਮਿਲੀ ਤੇ ਮੈਂ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰਦਾ ਕਿ ਹੇ ਪਰਮਾਤਮਾ, ਇਸ ਦੁਨੀਆ ਨੂੰ ਅਜਿਹੇ ਧੋਖਿਆਂ ਤੋਂ ਬਚਾਈ। ਸਾਡੀ ਜ਼ਿੰਦਗੀ ਤਾਂ ਰੁਲ ਗਈ, ਪਰ ਹੋਰਨਾਂ ਲੋਕਾਂ ਨੂੰ ਇਹਨਾਂ ਧੋਖਿਆਂ ਤੋਂ ਬਚਾ ਲਈ। ਪਰ ਮੈਂ ਹਰਮਨ ਦੇ ਵਾਸਤੇ ਕੁਝ ਵੀ ਗਲਤ ਨਹੀਂ ਮੰਗਿਆ ਤੇ ਨਾ ਹੀ ਕਦੀ ਸੋਚਿਆ। ਜਨਵਰੀ 2020 ਦੀ ਗੱਲ ਹੈ, ਜਦੋਂ ਤੱਕ ਹਰਮਨ ਤੇ ਉਸ ਲੜਕੇ ਦਾ ਵਿਆਹ ਹੋ ਚੁੱਕਿਆ ਸੀ ਤੇ ਉਹਨਾਂ ਦੋਨਾਂ ਨੂੰ PR ਵੀ ਮਿਲ ਚੁੱਕੀ ਸੀ। ਪਰ ਉਹ ਲੜਕਾ ਸ਼ਰਾਬੀ ਸੀ ਜੋ ਨਿਤ ਹਰਮਨ ਦੇ ਨਾਲ ਮਾਰਕੁੱਟ ਵੀ ਕਰਦਾ ਸੀ, ਜਿਸ ਕਾਰਨ ਉਹਨਾਂ ਦਾ ਤਲਾਕ ਵੀ ਜਲਦ ਹੋ ਗਿਆ। ਜੁਲਾਈ 2020 ਦੇ ਵਿੱਚ ਪਤਾ ਲੱਗਿਆ ਕਿ ਹਰਮਨ ਨੂੰ ਕੈਂਸਰ ਹੈ ਤੇ ਇਸ ਵੇਲੇ ਉਸ ਦੇ ਕੋਲ ਕੋਈ ਵੀ ਨਹੀਂ ਹੈ। ਸਰਕਾਰ ਦੇ ਵੱਲੋਂ ਉਸ ਦਾ ਇਲਾਜ ਚੱਲ ਰਿਹਾ ਹੈ, ਪਰ ਉਸ ਦੀ ਹਾਲਤ ਬਹੁਤ ਭਿਆਨਕ ਹੁੰਦੀ ਜਾ ਰਹੀ ਹੈ। ਮੇਰੇ ਸਹੁਰਿਆਂ ਦੇ ਵੱਲੋਂ ਮੈਨੂੰ ਕਾਫੀ ਫੋਨ ਕੀਤਾ ਗਿਆ ਕਿ ਹਰਮਨ ਬਿਮਾਰ ਹੈ, ਉਹ ਆਖਰੀ ਵਾਰ ਆਪਣੇ ਲੜਕੇ ਨੂੰ ਦੇਖਣਾ ਚਾਹੁੰਦੀ ਹੈ ਤੇ ਆਪਣੀਆਂ ਗਲਤੀਆਂ ਵੀ ਮਹਿਸੂਸ ਕਰ ਰਹੀ ਹੈ।
ਪਰ ਮੈਂ ਕਿਤੇ ਵੀ ਜਾਣ ਤੋਂ ਮਨਾ ਕਰ ਦਿੱਤਾ। ਹਾਂ, ਇਸ ਤੋਂ ਬਾਅਦ ਮੈਂ ਹਰਮਨ ਦੇ ਲਈ ਅਰਦਾਸ ਜ਼ਰੂਰ ਕੀਤੀ ਕਿ ਹੇ ਪਰਮਾਤਮਾ, ਆਪਣੀ ਬੱਚੀ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖੀ। 7 ਮਹੀਨੇ ਬਿਮਾਰੀ ਦੇ ਨਾਲ ਬੁਰੀ ਤਰ੍ਹਾਂ ਤੜਫ ਕੇ ਓਨਟਾਰੀਓ ਦੇ ਇੱਕ ਹਸਪੀਟਲ ਦੇ ਵਿੱਚ ਹਰਮਨ ਦੀ ਮੌਤ ਹੋ ਗਈ ਤੇ ਲਵਾਰਸਾਂ ਦੇ ਵਾਂਗ ਉਸ ਦੀ ਬੋਡੀ ਨੂੰ ਅਗਨ ਭੇਟ ਕੀਤਾ ਗਿਆ, ਕਿਉਂਕਿ ਉਸ ਵੇਲੇ ਹਾਲਾਤ ਅਜਿਹੇ ਬਣ ਚੁੱਕੇ ਸੀ ਕਿ ਉਸ ਸਮੇਂ ਨਾ ਤਾਂ ਉਸ ਦੇ ਕੋਲ ਕੋਈ ਜਾ ਸਕਦਾ ਸੀ ਤੇ ਨਾ ਹੀ ਉੱਥੋਂ ਕੋਈ ਆ ਸਕਦਾ ਸੀ। ਸੋ ਆਪਾਂ ਨੇ ਕਹਿੰਦੇ ਕਿ ਪਰਮਾਤਮਾ ਨੇ ਉਸ ਨੂੰ ਸਜ਼ਾ ਦਿੱਤੀ, ਪਰ ਕਰਮਾਂ ਨੇ ਆਪਣਾ ਗੇੜ ਕਮਾਉਣਾ ਹੀ ਹੁੰਦਾ ਹੈ। ਇੱਕ ਛੋਟਾ ਬੱਚਾ ਜੋ ਸ਼ਾਇਦ ਅੱਜ ਆਪਣੀ ਮਾਂ ਦੇ ਬਾਰੇ ਪੁੱਛਦਾ ਹੋਵੇਗਾ, ਉਸ ਦਾ ਪਿਤਾ ਉਸ ਬੱਚੇ ਨੂੰ ਉਸ ਦੀ ਮਾਂ ਬਾਰੇ ਕੀ ਦੱਸੇਗਾ। ਮਿਹਨਤ ਦੀ ਕਮਾਈ ਜੋੜ ਕੇ ਬਣਾਇਆ ਗਿਆ ਘਰ ਤੇ ਦੁਕਾਨ ਵੇਚ ਕੇ ਆਪ ਪਰਿਵਾਰ ਕਿਰਾਇਆਂ ਦੇ ਉੱਤੇ ਛੋਟੀ-ਮੋਟੀ ਨੌਕਰੀ ਕਰਕੇ ਗੁਜ਼ਾਰਾ ਕਰ ਰਿਹਾ ਹੈ। ਪਰ ਉਸ ਪਰਿਵਾਰ ਦਾ ਅਜਿਹਾ ਸਿਦਕ ਕਿ ਅੱਜ ਤੱਕ ਉਸ ਪਰਿਵਾਰ ਨੇ ਉਸ ਲੜਕੀ ਬਾਰੇ ਕੁਝ ਵੀ ਮਾੜਾ ਨਹੀਂ ਬੋਲਿਆ। ਸੋ ਆਪਣੀ ਮਿਹਨਤ ਪੜ੍ਹਾਈ ਸਦਕਾ ਕੈਨੇਡਾ ਅਮਰੀਕਾ ਜਾਓ ਜਾਂ ਫਿਰ ਇੱਥੇ ਪੰਜਾਬ ਦੇ ਵਿੱਚ ਹੀ ਮਿਹਨਤ ਕਰੋ, ਪਰ ਹਰ ਇੱਕ ਕੰਮ ਆਪਣੇ ਬਲਬੂਤੇ ਤੇ ਕਰਨ ਵਾਲਾ ਬੰਦਾ ਹੀ ਕਾਮਯਾਬ ਹੁੰਦਾ ਹੈ।